ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ। ਰਾਗ ਸੂਹੀ ਹੈ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਅੰਮ੍ਰਿਤ ਬਚਨ ਹਨ। ਸਰਵਣ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹੱਲਾ ਪੰਜਵਾ। ਦਰਸ਼ਨ ਦੇਖ ਜੀਵਾ ਗੁਰ ਤੇਰਾ। ਰਾਗ ਸੂਹੀ ਹੈ। ਪੰਜਵੇਂ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਉਚਾਰਨ ਕਰ ਰਹੇ। ਦਰਸ਼ਨ ਦੇਖ ਜੀਵਾ ਗੁਰ ਤੇਰਾ। हे ਗੁਰੂ ਪਾਤਸ਼ਾਹ, ਮੈਂ ਤੁਹਾਡੇ ਦਰਸ਼ਨ ਦੇਖ ਦੇਖ ਕੇ ਜੀਵਦਾ ਹਾਂ। ਦਰਸ਼ਨ ਕਰ ਕਰ ਜੀਵਦਾ ਹਾਂ। ਮਹਾਰਾਜ, ਮੈਂ ਤੁਹਾਡੇ ਦਰਸ਼ਨਾਂ ਤੋਂ ਬਲਿਹਾਰ ਹਾਂ। ਜਿਹੜਾ ਸਿੱਖ ਗੁਰੂ ਸਾਹਿਬ ਦੇ ਦਰਸ਼ਨਾਂ ਦਾ ਭਵਰਾ ਹੈ, ਉਹਨੂੰ ਸਤਿਗੁਰਾਂ ਦੇ ਦਰਸ਼ਨਾਂ ਬਿਨਾਂ ਕੁਝ ਹੋਰ ਭਾਉਂਦਾ ਹੀ ਨਹੀਂ, ਚੰਗਾ ਹੀ ਨਹੀਂ ਲੱਗਦਾ। ਉਹ ਆਪਣੇ ਸਤਿਗੁਰਾਂ ਦੇ ਦੀਦਾਰ ਕਰ ਕਰਕੇ, ਦਰਸ਼ਨ ਕਰ ਕਰਕੇ ਹੀ ਜੀਵਦਾ ਹੈ। ਉਹ ਤਾਂ ਇਹ ਰੱਖਦਾ, ਮਹਾਰਾਜ ਕਿਰਪਾ ਕਰੋ, ਇਹ ਕਪਾਟ ਖੋਲੋ ਤੇ ਮੈਨੂੰ ਆਪਣੇ ਦਰਸ਼ਨ ਦਿਓ। ਖੋਲ ਕਿਵਾੜ, ਮਹਾਰਾਜ ਇਹ ਕਵਾੜ ਖੋਲੋ ਪਰ ਸਤਿਗੁਰੂ ਜੀ ਆਪਣੇ ਦਰਸ਼ਨ ਦਿਓ। ਵੇਖਣਾ ਹੋਵੇ ਗੁਰੂ ਦਰਬਾਰਾਂ ਦੇ ਸਨਮੁਖ ਜਦੋਂ ਮਹਾਰਾਜ ਜੀ ਦੇ ਦਰਬਾਰ ਦੇ ਕਿਵਾੜ ਖੁੱਲਦੇ ਹਨ ਤੇ ਕਿਵੇਂ ਗੁਰਸਿੱਖ ਦਰਵਾਜ਼ੇ ਤੇ ਖਲੋਤੇ ਬੇਨਤੀਆਂ ਕਰਦੇ ਨੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰੀਏ। ਰਾਤ ਨੂੰ ਜਦੋਂ ਡਿਉੜੀ ਦਾ ਦਰਵਾਜ਼ਾ ਖੁੱਲਣਾ ਹੁੰਦਾ, ਬਾਹਰ ਸੰਗਤ ਬਹਿ ਜਾਂਦੀ ਇਕੱਤਰ ਹੋ ਕੇ। ਗੁਰਬਾਣੀ ਪੜ੍ਹਦਿਆਂ ਫਿਰ ਉਹ ਸ਼ਬਦ ਪੜ੍ਹਦੇ ਨੇ, ਦਰਸ਼ਨ ਦੀਜੈ ਖੋਲ ਕੇ ਵਾਰ, ਦਰਸ਼ਨ ਦੀਜੈ ਖੋਲ ਕੇ ਵਾਰ, ਦਰਸ਼ਨ ਦੀਜੈ ਖੋਲ ਕੇ ਵਾੜ, ਦਰਸ਼ਨ ਦੀਜੈ ਖੋਲ ਕੇ ਵਾੜ, ਦਰਸ਼ਨ ਦੀਜੈ ਖੋਲ ਕੇ ਵਾਰ, ਦਰਸ਼ਨ ਦੀਜੈ ਖੋਲ ਕੇ ਵਾਰ, ਦਰਸ਼ਨ ਦੀਜੈ ਖੋਲ ਕੇ ਵਾਰ, ਦਰਸ਼ਨ ਦੀਜੈ ਖੋਲ ਕੇ ਵਾਰ। ਮਹਾਰਾਜ ਕਿਰਪਾ ਕਰੋ, ਦਰਸ਼ਨ ਦਿਓ। हे ਗੁਰੂ ਪਾਤਸ਼ਾਹ, ਮੈਂ ਤੁਹਾਡੇ ਦਰਸ਼ਨ ਕਰ ਕਰ ਜੀਵਦਾ। ਦਰਸ਼ਨਾਂ ਦਾ ਹੀ ਇਹ ਪ੍ਰਤਾਪ ਹੈ ਕਿ ਸਤਿਗੁਰਾਂ ਦੇ ਦਰਸ਼ਨ ਕੀਤਿਆਂ ਜਨਮ ਤੇ ਮਰਨ ਵਰਗੇ ਦੁੱਖਾਂ ਦੀ ਨਿਵਰਤੀ ਹੋ ਜਾਂਦੀ ਹੈ। ਗੁਰੂ ਜੀ ਦੇ ਦਰਸ਼ਨਾਂ ਦਾ ਹੀ ਪ੍ਰਤਾਪ ਹੈ ਕਿ ਜਨਮਾਂ ਜਨਮਾਂ ਦੇ ਕੀਤੇ ਹੋਏ ਪਾਪ ਨਸ਼ਟ ਭ੍ਰਸ਼ਟ ਹੋ ਜਾਂਦੇ ਹਨ। ਇਹ ਗੁਰੂ ਪਾਤਸ਼ਾਹ ਦੇ ਦਰਸ਼ਨਾਂ ਦੀ ਮਹਿਮਾ। ਜਿਨ੍ਹਾਂ ਨੂੰ ਸਤਿਗੁਰਾਂ ਦੇ ਦਰਸ਼ਨਾਂ ਦਾ ਮਹਾਤਮ ਪਤਾ ਹੈ, ਉਹੀ ਗੁਰੂ ਦਰਸ਼ਨਾਂ ਦਾ ਆਨੰਦ ਮਾਣਦੇ ਨੇ। ਜਿਨ੍ਹਾਂ ਨੂੰ ਪਤਾ ਹੀ ਨਹੀਂ ਗੁਰੂ ਸਾਹਿਬ ਦਾ ਮਹਾਤਮ ਕੀ ਹੈ, ਗੁਰੂਦੇਵ ਦੇ ਦਰਸ਼ਨਾਂ ਦਾ ਮਹਾਤਮ ਕੀ ਹੈ, ਉਹ ਕੀ ਜਾਣਨ ਜੇ ਆ ਵੀ ਜਾਣ। ਸਤਿਗੁਰੂ ਜੀ, ਮੈਂ ਤੁਹਾਡੇ ਦਰਸ਼ਨ ਦੇਖ ਦੇਖ ਕੇ ਜੀਵਦਾ ਹਾਂ। ਦਰਸ਼ਨ ਕਰ ਕਰ ਜੀਵਦਾ ਹਾਂ। ਹਾਂਜੀ। ਪੂਰਨ ਕਰਮ ਹੋਏ ਪ੍ਰਭ ਮੇਰਾ। ਜਦੋਂ ਦਰਸ਼ਨ ਕਰਦਾ ਹਾਂ ਤੁਹਾਡੇ ਤਾਂ ਮੇਰੇ ਕਰਮ ਪੂਰਨ ਹੁੰਦੇ ਨੇ, ਤਾਂ ਮੇਰੇ ਕਰਮ ਪੂਰਨ ਹੁੰਦੇ ਨੇ। ਨਹੀਂ ਤਾਂ ਮੈਂ ਸਮਝਦਾ ਕਿ ਮੇਰੇ ਕਰਮ ਬੜੇ ਮਾੜੇ ਨੇ, ਅਧੂਰੇ ਨੇ, ਕਿ ਮੈਨੂੰ ਮੇਰੇ ਗੁਰੂ ਦੇ ਦਰਸ਼ਨ ਨਹੀਂ ਹੋਏ। ਜਦੋਂ ਦਰਸ਼ਨ ਕਰਦਾ ਫਿਰ ਮੈਂ ਸਮਝਦਾ ਮੇਰੇ ਕਰਮ ਪੂਰੇ ਨੇ। ਫਿਰ ਮੈਂ ਜਾਣਦਾ ਹਾਂ ਮੇਰੇ ਭਾਗ ਸਵੱਲੇ ਨੇ ਕਿ ਮੈਨੂੰ ਮੇਰੇ ਸਤਿਗੁਰਾਂ ਦੇ ਦਰਸ਼ਨ ਹੋ ਗਏ ਨੇ, ਦੀਦਾਰ ਹੋ ਗਏ ਨੇ।
ਇਸ ਤਰ੍ਹਾਂ ਵੀ ਮਹਾਤਮਾ ਅਰਥ ਕਰਦੇ ਨੇ ਕਿ ਦਰਸ਼ਨ ਕਰਕੇ ਗੁਰੂ ਜੀ ਮੈਂ ਜੀਵਦਾ ਹਾਂ, ਔਰ ਤੁਹਾਡੇ ਦਰਸ਼ਨ ਕੀਤਿਆਂ ਹੀ ਮੇਰੇ ਸਾਰੇ ਕਰਮ ਪੂਰਨ ਹੁੰਦੇ ਨੇ। ਚਾਹੇ ਮੈਂ ਉਹ ਨਿਤਨੇਮ ਕਰਦਾ ਹਾਂ, ਬਾਣੀ ਪੜ੍ਹਦਾ ਹਾਂ, ਇਸ਼ਨਾਨ ਪਾਨ ਕਰਦਾ ਹਾਂ, ਪੁੰਨ ਕਰਮ ਕਰਦਾ ਹਾਂ, ਦਾਨ ਪੁੰਨ ਕਰਦਾ ਹਾਂ, ਉਹ ਸਾਰੇ ਤਾਂ ਪੂਰਨ ਹੁੰਦੇ ਨੇ ਜਦੋਂ ਮੈਂ ਤੁਹਾਡੇ ਦਰਸ਼ਨ ਕਰਾਂ। ਤੁਹਾਡੇ ਦਰਸ਼ਨ ਕੀਤੇ ਬਿਨਾਂ ਇਹ ਸਾਰੇ ਕਰਮ, ਇਹ ਸਾਰੇ ਪੁੰਨ ਅਧੂਰੇ ਨੇ। ਮਹਾਰਾਜ, ਮੇਰੇ ਕਰਮ ਤਾਂ ਪੂਰਨ ਹੁੰਦੇ ਨੇ ਜਦੋਂ ਮੈਂ ਆਪ ਜੀ ਦੇ ਦੀਦਾਰ ਕਰਾਂ, ਦਰਸ਼ਨ ਕਰਾਂ। ਹਾਂਜੀ, ਇਹ ਬੇਨੰਤੀ ਸੁਣ ਪ੍ਰਭ ਮੇਰੇ। ਇਹ ਮੇਰੇ ਪ੍ਰਭੂ ਜੀ, ਮੇਰੀ ਇਹ ਬੇਨਤੀ ਸੁਣ ਲਵੋ, ਮੇਰੀ ਇਹ ਬੇਨਤੀ ਸੁਣੋ ਮਹਾਰਾਜ। ਮੇਰੀ ਅਭੈ ਬੇਨਤੀ ਸੁਣ ਲੀਜੈ। ਮਹਾਰਾਜ, ਮੇਰੀ ਇਹ ਬੇਨਤੀ ਆਪ ਜੀ ਕਿਰਪਾ ਕਰਕੇ ਸੁਣੋ। ਦੇਹ ਨਾਮ ਕਰ ਆਪਣੇ ਚੇਰੇ। ਮਹਾਰਾਜ ਜੀ, ਮੈਨੂੰ ਆਪਣਾ ਚੇਲਾ ਬਣਾ ਕੇ ਆਪਣੇ ਨਾਮ ਦੀ ਦਾਤ ਬਖਸ਼ ਦਿਓ ਮਹਾਰਾਜ। ਇਹ ਮੇਰੀ ਬੇਨਤੀ ਸੁਣੋ ਮਹਾਰਾਜ। ਦੇਹ ਨਾਮ ਕਰ ਆਪਣੇ ਚੇਰੇ, ਮੈਨੂੰ ਆਪਣਾ ਚੇਲਾ ਬਣਾ ਕੇ ਕਿਰਪਾ ਕਰਕੇ ਸਤਿਗੁਰੂ ਜੀ ਆਪਣੇ ਨਾਮ ਦੀ ਦਾਤ ਉਹ ਕਿਰਪਾ ਕਰਕੇ ਮੈਨੂੰ ਬਖਸ਼ ਦਿਓ। ਰਹਾਉ ਆਪਣੀ ਸ਼ਰਨ ਰਾਖ ਪ੍ਰਭ ਦਾਤੇ। ਇਹ ਮੇਰੇ ਪ੍ਰਭੂ ਦਾਤਾ ਜੀ, ਮੈਨੂੰ ਆਪਣੀ ਸ਼ਰਨ 'ਚ ਰੱਖ ਲਓ। ਮੈਂ ਤੁਹਾਡੀ ਪਨਾਹ ਵਿੱਚ ਹਾਂ, ਤੁਹਾਡੀ ਸ਼ਰਨ ਵਿੱਚ ਹਾਂ। ਹੇ ਮੇਰੇ ਰੱਬ ਜੀ, ਹੇ ਮੇਰੇ ਦਾਤਾ ਜੀ, ਮੈਨੂੰ ਦਾਤਾਂ ਦੇ ਕੇ ਨਿਵਾਜਣ ਵਾਲੇ ਮੇਰੇ ਸੁਆਮੀ ਜੀ, ਮੇਰੇ ਖਾਵੰਦ ਜੀ, ਮੈਨੂੰ ਆਪਣੀ ਸ਼ਰਨ ਵਿੱਚ ਰੱਖ ਲਓ। ਗੁਰ ਪ੍ਰਸਾਦ ਕਿਨਾ ਵਿਰਲੇ ਜਾਤੇ। ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਨੇ ਜਾਣਿਆ ਗੁਰੂ ਕੇ ਮਹਾਤਮ ਨੂੰ, ਗੁਰੂ ਕੇ ਦਰਸ਼ਨਾਂ ਦੀ ਮਹਿਮਾ ਨੂੰ। ਜਿਨ੍ਹਾਂ ਤੇ ਗੁਰੂ ਦਾ ਪ੍ਰਸਾਦ ਹੈ, ਜਿਨ੍ਹਾਂ ਦੇ ਗੁਰੂ ਦੀ ਕਿਰਪਾ ਹੈ, ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਨੇ ਇਸ ਨਾਮ ਦੀ ਮਹਿਮਾ ਨੂੰ, ਗੁਰੂ ਪਾਤਸ਼ਾਹ ਦੀ ਮਹਿਮਾ ਨੂੰ ਜਾਣਿਆ ਹੈ। ਸੁਨਹ ਬਿਨਾ ਪ੍ਰਭ ਮੇਰੇ ਮੀਤਾ। ਹੇ ਮੇਰੇ ਮੀਤ, ਹੇ ਮੇਰੇ ਮਿੱਤਰ, ਮੇਰੀ ਬੇਨਤੀ ਸੁਣੋ। ਮੇਰੀ ਅਰਦਾਸ ਹੈ ਤੁਹਾਡੇ ਚਰਨਾਂ 'ਚ ਮਹਾਰਾਜ, ਮੇਰੀ ਜੋਦੜੀ ਹੈ ਹੱਥ ਜੋੜ ਕੇ ਤੁਹਾਡੇ ਚਰਨਾਂ 'ਚ ਮਹਾਰਾਜ, ਮੇਰੀ ਬੇਨਤੀ ਸੁਣੋ। ਹਾਂਜੀ, ਚਰਨ ਕਮਲ ਵਸੈ ਮੇਰੇ ਚੀਤਾ। ਮੇਰੀ ਬੇਨਤੀ ਹੈ ਕਿ ਤੁਹਾਡੇ ਪਵਿੱਤਰ ਚਰਨ ਕਮਲ ਮੇਰੇ ਹਿਰਦੇ ਵਿੱਚ, ਮੇਰੇ ਚਿੱਤ 'ਚ ਵਸ ਜਾਣ। ਇਹ ਮੇਰੀ ਬੇਨਤੀ ਹੈ। ਹੇ ਪ੍ਰਭੂ ਜੀ, ਮੇਰੀ ਇਹ ਬੇਨਤੀ ਸੁਣੋ ਤੇ ਪ੍ਰਵਾਨ ਕਰੋ ਆਪਣੇ ਚਰਨਾਂ ਵਿੱਚ ਕਿ ਤੁਹਾਡੇ ਪਾਵਨ ਚਰਨ ਕਮਲ ਮੇਰੇ ਹਿਰਦੇ 'ਚ ਵਸ ਜਾਣ। ਇੱਕ ਨਾਨਕ ਕੀ ਅਰਦਾਸ, ਜੇ ਤੁਧ ਭਾਵ ਸੀ ਮੈਂ ਦੀਜੈ ਨਾਮ ਨਿਵਾਸ, ਹਰ ਗੁਣ ਗਾਵਸੀ। ਕਿਰਪਾ ਕਰੋ ਮਹਾਰਾਜ, ਆਪ ਜੀ ਦੇ ਚਰਨ ਕਮਲ ਮੇਰੇ ਹਿਰਦੇ 'ਚ ਵਸਣ ਤੇ ਮੈਂ ਰਾਤ ਦਿਨ ਆਪ ਜੀ ਦੇ ਗੁਣ ਗਾਵਾਂ। ਮੇਰੀ ਇਹ ਅਰਦਾਸ, ਮੇਰੀ ਇਹ ਬੇਨਤੀ ਆਪ ਜੀ ਪ੍ਰਵਾਨ ਕਰੋ। ਨਾਨਕ ਏਕ ਕਰੇ ਅਰਦਾਸ। ਫਿਰ ਕਹਿੰਦੇ, ਹੇ ਪ੍ਰਭੂ, ਮੈਂ ਤੁਹਾਡੇ ਚਰਨਾਂ 'ਚ ਇੱਕ ਹੋਰ ਅਰਦਾਸ ਕਰਦਾ ਹਾਂ। ਇਹ ਇੱਕ ਅਰਦਾਸ ਦੁਨੀਆ ਦੀਆਂ ਸਾਰੀਆਂ ਅਰਦਾਸਾਂ ਪੂਰਨ ਕਰ ਦਿੰਦੀ ਹੈ। ਆਖੋ ਸਤਿਨਾਮ। ਇਹੀ ਇੱਕ ਅਰਦਾਸ ਦੁਨੀਆ ਦੀ ਹਰੇਕ ਅਰਦਾਸ ਨੂੰ ਪੂਰਨ ਕਰ ਦਿੰਦੀ ਹੈ, ਤੇ ਮੈਂ ਉਹ ਇੱਕ ਅਰਦਾਸ ਤੁਹਾਡੇ ਚਰਨਾਂ 'ਚ ਕਰਦਾ ਹਾਂ। ਵਿਸਰ ਨਾਹੀ ਪੂਰਨ ਗੁਣ ਤਾਸ। ਇਹ ਗੁਣਾਂ ਦੇ ਸੁਆਮੀ, ਸਾਰੇ ਸੰਸਾਰ ਵਿੱਚ ਪੂਰਨ ਵਾਹਿਗੁਰੂ ਪਰਮੇਸ਼ਰ ਜੀਓ, ਮੇਰੀ ਇੱਕ ਅਰਦਾਸ ਹੈ ਕਿ ਤੁਸੀਂ ਮੇਰੇ ਹਿਰਦੇ ਵਿੱਚੋਂ ਨਾ ਵਿਸਰੋ, ਮੈਨੂੰ ਵਿਸਰੋ ਨਾ। ਵਿਸਰ ਨਾਹੀ ਪੂਰਨ ਗੁਣ ਤਾਸ। ਇਹ ਗੁਣਾਂ ਦੇ ਸਮੁੰਦਰ,
ਗੁਣਾਂ ਦੇ ਨਾਲ ਭਰੇ ਹੋਏ ਪਰਿਪੂਰਨ ਰੱਬ ਜੀ, ਮੈਨੂੰ ਮੇਰੇ ਹਿਰਦੇ ਚੋਂ ਨਾ ਵਿਸਰੋ। ਮੇਰੀ ਇਹ ਅਰਦਾਸ ਤੁਹਾਡੇ ਚਰਨਾਂ ਵਿੱਚ ਹੈ। ਸੂਹੀ ਮਹੱਲਾ ਪੰਜਵਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਰਾਗ ਸੂਹੀ ਵਿੱਚ ਪਾਵਨ ਬਚਨ ਉਚਾਰਦੇ ਹਨ। ਨੀਤ ਸਾਜਨ ਸੁਤ ਬੰਦਪ ਭਾਈ। ਮਿੱਤਰ ਨੇ, ਸਜਣ, ਰਿਸ਼ਤੇਦਾਰ, ਸੰਬੰਧੀ ਨੇ, ਪੁੱਤਰ ਨੇ, ਭਰਾ ਹਨ, ਇਹ ਜਿੰਨੇ ਵੀ ਸਾਖ ਹਨ। ਜਤ ਕਤ ਪੇਖੋ ਹਰ ਸੰਗ ਸਹਾਈ। ਇਹ ਹਰ ਵੇਲੇ, ਹਰ ਥਾਂ ਤੇ, ਹਰ ਜਗ੍ਹਾ ਤੇ ਨਾਲ ਨਹੀਂ ਨਿਭਦੇ। ਪਰ ਹੇ ਮੇਰੇ ਰੱਬ ਜੀ, ਮੇਰੇ ਹਰੀ ਜੀ, ਤੁਸੀਂ ਜਿੱਥੇ ਕਿੱਥੇ, ਹਰ ਥਾਂ, ਹਰ ਜਗ੍ਹਾ, ਹਰ ਥਾਂ ਤੇ ਮੇਰੇ ਸੰਗੀ ਵੀ ਔਰ ਮੇਰੇ ਸਹਾਈ, ਮੇਰੇ ਮਦਦਗਾਰ ਵੀ ਹੋ। ਜਿੱਥੇ ਮਿੱਤਰ ਦੀ ਲੋੜ ਪਵੇ ਮਿੱਤਰ ਬਣ ਕੇ ਆ ਜਾਂਦੇ ਹੋ, ਜਿੱਥੇ ਕਿਸੇ ਸੰਬੰਧੀ ਦੀ ਲੋੜ ਹੋਵੇ ਸੰਬੰਧੀ ਬਣ ਕੇ ਆ ਪਹੁੰਚਦੇ ਹੋ, ਜਿੱਥੇ ਭਰਾ ਦੀ ਲੋੜ ਹੋਵੇ ਭਰਾ ਬਣ ਕੇ ਆ ਬੋੜਦੇ ਹੋ। ਹਰ ਜਗ੍ਹਾ ਤੇ, ਜਿੱਥੇ ਕਿੱਥੇ, ਹਰ ਥਾਂ ਤੇ ਮੈਂ ਤੁਹਾਨੂੰ ਵੇਖਦਾ ਹਾਂ ਕਿ ਹੇ ਜੀ, ਤੁਸੀਂ ਮੇਰੇ ਸੰਗੀ ਵੀ ਹੋ ਔਰ ਮੇਰੇ ਸਹਾਈ ਵੀ ਹੋ। ਜਤ ਮੇਰੀ ਪਤ ਮੇਰੀ ਧਨ ਹਰ ਨਾਮ। ਮੇਰੀ ਜਾਤ ਔਰ ਮੇਰੀ ਪਾਤ ਹਰੀ ਪਰਮੇਸ਼ਰ ਦਾ ਨਾਮ ਧਾਨੀ ਹੈ। ਮੇਰੀ ਜਾਤ ਵੀ ਹਰੀ ਧਨ ਨਾਮ ਹੈ ਔਰ ਮੇਰੀ ਪਾਤ ਜਿਹਦੇ ਵਿੱਚ ਮੇਰਾ ਬੈਠਣਾ ਉੱਠਣਾ, ਜਿਵੇਂ ਕਹਿੰਦੇ ਨੇ ਨਾ ਵੀ ਮੇਰਾ ਬੈਠਣਾ ਉੱਠਣਾ ਪਾਤ ਪੰਗਤ, ਮੇਰੀ ਉਹ ਪਾਤ ਵੀ ਹੈ ਪ੍ਰਭੂ ਆਪ ਜੀ ਦਾ ਨਾਮ ਧਨ ਹੈ। ਜਾਤ ਵੀ ਨਾਮ ਧਨ ਹੈ, ਪਾਤ ਵੀ ਨਾਮ ਧਨ ਹੈ। ਆਮ ਕਰਕੇ ਸਾਡੇ ਧਾਰਮਿਕ ਖਿੱਤੇ ਦੇ ਵਿੱਚ ਵੀ ਇਹ ਬੜੀ ਵੱਡੀ ਬਿਮਾਰੀ ਆਣ ਪਈ ਹੈ। ਇਹਨੂੰ ਜੇ ਕੁਸ਼ਟ ਦਾ ਰੋਗ ਕਹਿ ਲਈਏ ਤੇ ਅਤ ਕਥਨੀ ਨਹੀਂ। ਜਾਤ ਪਾਤ ਦੇ ਨਾਮ ਦੇ ਉੱਤੇ ਅਸੀਂ ਵੀ ਆਪਣੇ ਵਿੱਚ ਇੱਕ ਦੂਜੇ ਵਿੱਚ ਵੰਡੀਆਂ ਪਾਈਆਂ ਹੋਈਆਂ ਤੇ ਪਾਣ ਦਾ ਯਤਨ ਕਰਦੇ ਹਾਂ। ਸਾਡੇ ਵਿੱਚ ਵੀ ਇਹ ਫਿਤਰਤ ਹੈ। ਹਾਲਾਂਕਿ ਗੁਰਦੇਵ ਨੇ ਸਾਡੇ ਤੋਂ ਇਹ ਕੋੜ ਦੂਰ ਕੀਤਾ, ਪਰ ਫਿਰ ਮੁੜ ਘੁੜ ਕੇ ਉੱਥੇ ਆਉਣ ਦਾ ਯਤਨ ਕਰਦੇ ਹਾਂ। ਜਾਤੀਆਂ ਦੇ ਨਾਂ ਤੇ, ਮਜ਼ਹਬਾਂ ਦੇ ਨਾਂ, ਆਪੋ ਆਪਣੀਆਂ ਜਾਤੀਆਂ ਬਰਾਦਰੀਆਂ ਦੇ ਨਾਂ ਤੇ ਅਸੀਂ ਗੁਰੂ ਘਰ ਵੀ ਵੰਡ ਲਏ ਹਨ, ਗੁਰਧਾਮ ਵੀ ਬਣਾ ਲਏ ਨੇ। ਪਰ ਗੁਰਸਿੱਖ ਦੀ ਜਾਤ ਵੀ ਨਾਮ ਹੈ, ਗੁਰਸਿੱਖ ਦੀ ਪਾਤ ਪੰਗਤ ਵੀ ਨਾਮ ਹੈ, ਉਹਦੀ ਬਰਾਦਰੀ ਵੀ ਨਾਮ ਹੈ। ਹਰੀ ਪਰਮੇਸ਼ਰ ਦਾ ਨਾਮ ਧਨ ਹੀ ਮੇਰੀ ਜਾਤ ਹੈ, ਹਰੀ ਦਾ ਨਾਮ ਧਨ ਹੀ ਮੇਰੀ ਪਾਤ ਹੈ। ਹਾਂਜੀ। ਸੁਖ ਸਹਿਜ ਆਨੰਦ ਵਿਸਰਾਮ। ਇਹ ਨਾਮ ਦੀ ਬਰਕਤ ਐਸੀ ਹੈ, ਜਿਨ੍ਹਾਂ ਦੇ ਹਿਰਦਿਆਂ ਵਿੱਚ ਵਰਤਦੀ ਹੈ, ਉਹਨਾਂ ਦਾ ਹਿਰਦਾ ਸਹਿਜ ਦੇ ਸੁੱਖ ਨੂੰ ਪ੍ਰਾਪਤ ਹੋ ਜਾਂਦਾ ਹੈ ਔਰ ਉਹਨਾਂ ਦਾ ਟਿਕਾਣਾ ਆਨੰਦ ਵਿੱਚ ਹੋ ਜਾਂਦਾ ਹੈ। ਉਹ ਜਿੱਥੇ ਆਪ ਸੁਖੀ ਹੋ ਜਾਂਦੇ ਨੇ, ਦੂਸਰਿਆਂ ਨੂੰ ਵੀ ਸੁਖ ਦੇਣ ਯੋਗ ਹੋ ਜਾਂਦੇ ਹਨ। ਹਾਂਜੀ। ਰਹਾਉ ਪਾਰ ਬ੍ਰਹਮ ਜਪ ਪਹਿਰ ਸਨਾਹ। ਪਾਰ ਬ੍ਰਹਮ ਜਪ, ਵਾਹਿਗੁਰੂ ਵਾਹਿ, ਇਹ ਨਾਮ ਜਿਹੜਾ ਪਰਮੇਸ਼ਰ ਦਾ, ਇਹ ਜਾਪ ਕਹਿੰਦੇ ਭਾਈ ਇਹ ਸੰਜੋ, ਇਹ ਸਨਾਹਾ। ਸਨਾਹ ਦਾ ਮਤਲਬ ਹੁੰਦਾ ਸੰਜੋ। ਜਿਵੇਂ ਅੱਜ ਕੱਲ ਬੁਲਟ ਪ੍ਰੂਫ ਜੈਕਟਾਂ ਵਗੈਰਾ ਹੁੰਦੀਆਂ ਨੇ, ਪੁਰਾਣੇ ਸਮਿਆਂ 'ਚ ਸੰਜੋਆਂ ਹੁੰਦੀਆਂ ਸੀ, ਫੁਲਾਦ ਦੀਆਂ ਬਣੀਆਂ ਹੋਈਆਂ, ਲੋਹੇ ਦੀਆਂ ਬਣੀਆਂ ਹੋਈਆਂ ਸੰਜੋਆਂ। ਉਹਨੂੰ ਸਨਾਹ ਵੀ ਕਹਿੰਦੇ। ਮਹਾਰਾਜ ਜੀ ਸਨਾਹ ਕਿਹਾ, ਆਮ ਕਰਕੇ ਆਪਾਂ ਸੰਜੋਗ ਕਹਿ ਦਿੰਦੇ ਹਾਂ। ਉਹਦੇ ਤੇ ਕਿਸੇ ਤਲਵਾਰ ਦਾ ਜਾਂ ਕਿਸੇ ਸ਼ਸਤਰ ਦਾ ਵਾਰ ਹੋਵੇ ਤਾਂ ਉਹਨੂੰ ਰੋਕ ਲੈਂਦੀ, ਸਰੀਰ ਨੂੰ ਬਚਾ ਲੈਂਦੀ, ਸਰੀਰ ਨੂੰ ਕੱਟਣ ਤੋਂ ਬਚਾ ਲੈਂਦੀ। ਅੱਜ ਵੀ ਬਹੁਤ ਸਾਰੇ ਪੁਰਾਤਨ ਕਿਲਿਆਂ ਵਿੱਚ ਉਹ ਸੰਜੋਹਾਂ ਪੁਰਾਣੇ ਸੂਰਮਿਆਂ ਦੀਆਂ ਪਈਆਂ ਹੋਈਆਂ ਮਿਲਦੀਆਂ।
ਕੁਝ ਗੁਰਸਿੱਖ ਸੂਰਬੀਰ ਬਹਾਦਰ ਯੋਧਿਆਂ ਦੀਆਂ ਸੰਜੋਆਂ ਵੀ ਮਿਲਦੀਆਂ ਨੇ। ਲੋਹ ਦਾ ਬਖਤਰ ਵੀ ਕਹਿ ਦਿੱਤਾ ਜਾਂਦਾ ਸੀ। ਗਰੀਬ ਨਵਾਜ਼ ਸਾਹਿਬ ਕਹਿੰਦੇ ਹਰੀ ਦਾ ਨਾਮ ਜਪਣਾ ਇਹੀ ਮੈਂ ਆਪਣੇ ਸਰੀਰ ਤੇ ਸੰਜੋ ਪਾਈ ਹੋਈ ਹੈ। ਹੁਣ ਜਦੋਂ ਇਹ ਸੰਜੋ ਪਹਿਨ ਲਈ ਹੈ, ਹਾਂਜੀ, ਕੋਟ ਆਵਦ ਤਿਸ ਬੇਦਤ ਨਾਹੀ। ਹੁਣ ਜਿਹੜੇ ਕਰੋੜਾਂ ਆਵਦ ਸ਼ਸਤਰ ਨੇ ਇਸ ਸੰਜੋ ਨੂੰ ਵਿੰਨ ਨਹੀਂ ਸਕਦੇ। ਜਦੋਂ ਨਾਮ ਦੀ ਸੰਜੋ ਪਹਿਨ ਲਈ ਤੇ ਇਸ ਸੰਜੋ ਇੰਨੀ ਮਜ਼ਬੂਤ ਹੈ ਕਿ ਕਰੋੜਾਂ ਸ਼ਸਤਰ ਵੀ ਹੁਣ ਇਸ ਸੰਜੋ ਨੂੰ ਵਿੰਨ ਨਹੀਂ ਸਕਦੇ। ਔਰ ਉਹ ਕਰੋੜਾਂ ਸ਼ਸਤਰ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਬਖੀਲੀ, ਦ્વੈਸ਼, ਨਿੰਦਾ, ਚੁਗਲੀ, ਕਿਤਨੇ ਔਗਣ ਨੇ। ਜਿਨ੍ਹਾਂ ਨੇ ਸੰਜੋ ਪਹਿਨ ਲਈ ਹੈ ਉਹਨਾਂ ਉੱਤੇ ਫਿਰ ਇਹ ਜਿਹੜੇ ਸ਼ਸਤਰ ਨੇ ਵਾਰ ਕਰਨ ਵੀ, ਪਰ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦੇ। ਆਉਣ ਵੀ, ਪਰ ਉਹਨਾਂ ਦੇ ਹਿਰਦੇ ਨੂੰ ਵਿਚਲਿਤ ਨਹੀਂ ਕਰ ਸਕਦੇ। ਨਾ ਕਾਮ, ਨਾ ਕ੍ਰੋਧ, ਨਾ ਲੋਭ, ਨਾ ਮੋਹ। ਇਹ ਸ਼ਸਤਰ ਹੀ ਹਨ। ਕਰੋੜਾਂ ਆਵਦ ਦਾ ਮਤਲਬ ਹੁੰਦਾ ਸ਼ਸਤਰ। ਇਹ ਕਰੋੜਾਂ ਆਵਦ ਸ਼ਸਤਰ ਨੇ ਜਿਹੜੇ ਉਹਨਾਂ ਨੂੰ ਵਿੰਨ ਨਹੀਂ ਸਕਦੇ, ਕਿਉਂਕਿ ਉਹਨਾਂ ਨੇ ਸਨਾ ਪਰਮੇਸ਼ਰ ਦੇ ਨਾਮ ਜਪਣ ਦੀ ਸੰਜੋ ਉਹ ਆਪਣੇ ਸਰੀਰ ਤੇ ਧਾਰਨ ਕਰ ਲਈ। ਤੇ ਹੁਣ ਕਰੋੜਾਂ ਸ਼ਸਤਰ ਉਸ ਸੰਜੋ ਨੂੰ ਵਿੰਨ ਨਹੀਂ ਸਕਦੇ। ਹਰ ਚਰਨ ਸ਼ਰਨ ਗੜ ਕੋਟ ਹਮਾਰੇ। ਪਾਤਸ਼ਾਹ ਕਹਿੰਦੇ ਹਰੀ ਪਰਮੇਸ਼ਰ ਦੇ ਜਿਹੜੇ ਚਰਨ ਕਮਲ ਹਨ, ਹਰੀ ਦੇ ਚਰਨਾਂ ਦੀ ਜਿਹੜੀ ਸ਼ਰਨ ਹੈ, ਇਹ ਮੇਰੇ ਲਈ ਕਰੋੜਾਂ ਕਿਲਿਆਂ ਦੇ ਸਮਾਨ ਹੈ। ਗੜ ਕੋਟ ਹਮਾਰੇ, ਕਰੋੜਾਂ ਕਿਲੇ, ਇਹੀ ਮੇਰੇ ਗੜ, ਮੇਰੇ ਕੋਟ ਨੇ, ਏਦਾਂ ਵੀ ਕਹਿ ਸਕਦੇ ਆ। ਪਰ ਕੋਟ ਦਾ ਅਰਥ ਕਰੋੜਾਂ ਨਾਲ ਵੀ ਕਰਦੇ ਆ ਮਹਾਂਪੁਰਸ਼। ਕਹਿੰਦੇ ਕਰੋੜਾਂ ਕਿਲਿਆਂ ਦੇ ਸਮਾਨ ਹੈ ਮੇਰੇ ਲਈ ਮੇਰੇ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ। ਕਰੋੜਾਂ ਕਿਲਿਆਂ ਦੇ ਸਮਾਨ। ਬਾਹਰ ਦੇ ਦੁਨੀਆ ਦੇ ਬਣੇ ਕਿਲੇ ਤੋੜੇ ਜਾਂਦੇ ਨੇ, ਵੱਡੇ ਵੱਡੇ ਕਿਲੇ ਤੋੜ ਦਿੱਤੇ ਗਏ, ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਇਹ ਕਿਲੇ ਕਦੇ ਟੁੱਟ ਨਹੀਂ ਸਕਦੇ। ਚਿਤੌੜ ਵਰਗੇ ਕਿਲੇ ਵੀ ਤੋੜ ਦਿੱਤੇ ਗਏ। ਗੋਲਕੁੰਡਾ ਰਿਆਸ ਦਾ ਕਿਲਾ ਉਹ ਵੀ ਤੋੜ ਦਿੱਤਾ ਗਿਆ, ਬੜਾ ਮਜ਼ਬੂਤ ਮੰਨਿਆ ਜਾਂਦਾ ਸੀ। ਪਰ ਆ ਮੇਰੇ ਸਾਹਿਬ ਦੇ ਜੋ ਚਰਨਾਂ ਦੀ ਸ਼ਰਨ ਦਾ ਕਿਲਾ ਹੈ, ਗੜ ਹੈ, ਇਹ ਬੜਾ ਮਜ਼ਬੂਤ ਹੈ, ਤੋੜਿਆ ਨਹੀਂ ਜਾ ਸਕਦਾ। ਹਾਂਜੀ। ਕਾਲ ਕੰਟਕ ਜਮ ਤਿਸ ਨਾ ਬਿਦਾਰੈ। ਕਹਿੰਦੇ ਕਾਲ ਕੰਟਕ, ਜਿਹੜੀ ਮੌਤ ਦੁਖਦਾਈ ਹੈ, ਕਹਿੰਦੇ ਜਿਹੜੇ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਚ ਆ ਜਾਂਦੇ ਨੇ, ਕਾਲ ਕੰਟਕ ਤੇ ਜਮ ਵੀ ਤਿਸ ਨੂੰ ਮਾਰ ਨਹੀਂ ਸਕਦੇ, ਇਸ ਕਿਲੇ ਨੂੰ ਤੋੜ ਨਹੀਂ ਸਕਦੇ। ਇਹ ਕਿਲੇ ਨੂੰ ਕਾਲ ਕੰਟਕ ਤੇ ਜਮ ਵੀ ਬਿਦਾਰਾ ਮਤਲਬ ਤੋੜ ਨਹੀਂ ਸਕਦੇ। ਇਹ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਦਾ ਕਿਲਾ ਹੈ। ਇਸ ਉੱਤੇ ਜਮ ਜੋ ਬੜਾ ਬਲਵਾਨ ਮੰਨਿਆ ਜਾਂਦਾ, ਕਾਲ ਜੋ ਬੜਾ ਪ੍ਰਬਲ ਮੰਨਿਆ ਜਾਂਦਾ ਹੈ, ਇਹ ਵੀ ਇਸ ਕਿਲੇ ਨੂੰ ਬਿਦਾਰ ਨਹੀਂ ਸਕਦਾ, ਤੋੜ ਨਹੀਂ ਸਕਦਾ। ਇਹ ਐਸਾ ਮਜ਼ਬੂਤ ਹੈ। ਹਾਂਜੀ। ਨਾਨਕ ਦਾਸ ਸਦਾ ਬਲਿਹਾਰੀ। ਪਾਤਸ਼ਾਹ ਕਹਿੰਦੇ ਮੈਂ ਆਪਣੇ ਸਾਹਿਬ ਤੋਂ, ਆਪਣੇ ਮਾਲਕ ਤੋਂ ਸਦਾ ਬਲਿਹਾਰ ਜਾਂਦਾ ਹਾਂ, ਸਦਾ ਵਾਰੇ ਵਾਰੇ ਜਾਂਦਾ ਹਾਂ। ਸੇਵਕ ਸੰਤ ਰਾਜਾ ਰਾਮ ਮੁਰਾਰੀ। ਔਰ ਜੋ ਆਪਣੇ ਸੇਵਕਾਂ ਤੇ ਸੰਤਾਂ ਦਾ ਰਾਜਾ ਰਾਮ ਹੈ, ਕਾਲਪੁਰਖ। ਮੁਰਾਰੀ ਜੋ ਮੁਰਾਦਕ ਦਾਨਵਾਂ ਤੇ ਰਾਖਸ਼ਾਂ ਦਾ ਨਾਸ਼ ਕਰਨ ਵਾਲਾ, ਤਿਨਾਂ ਦਾ ਵੈਰੀ ਹੈ। ਸੂਹੀ ਮਹੱਲਾ ਪੰਜਵਾ। ਗੁਣ ਗੋਪਾਲ ਪ੍ਰਭ ਕੇ ਨਿਤ ਗਾਹਾ। ਉੱਤਮ ਸਖੀ ਮੱਧਮ ਸਖੀ ਨੂੰ ਉਪਦੇਸ਼ ਦਿੰਦੀ। ਮੰਨ ਲਓ ਜਿਵੇਂ ਇੱਕ ਗੁਰਸਿੱਖ ਗੁਰਸਿੱਖੀ ਵਿੱਚ ਟੁਰ ਪਿਆ ਔਰ ਆਪਣੇ ਨਾਲ ਦੇ ਸਾਥੀਆਂ ਨੂੰ ਵੀ ਪ੍ਰੇਰਦਾ ਹੈ ਕਿ ਆ ਬਈ ਤੂੰ ਵੀ ਚੱਲ।
ਇਹ ਬੜੀ ਵਧੀਆ ਪ੍ਰਵਿਰਤੀ ਹੈ, ਆਪ ਚੱਲਣਾ ਔਰ ਦੂਸਰਿਆਂ ਨੂੰ ਪ੍ਰੇਰਨਾ। ਅੱਜ ਕੱਲ ਵੈਸੇ ਸਾਡੇ ਵਿੱਚ ਬਿਰਤੀ ਸਮਾਪਤ ਹੋ ਰਹੀ ਹੈ। ਸਾਡਾ ਜਿਹੜਾ ਇਹ ਗੁਣ ਸੀ ਕੁਝ ਦੂਜਿਆਂ ਮਤਾਂ ਨੇ ਗ੍ਰਹਿਣ ਕਰ ਲਿਆ। ਆਮ ਨਗਰਾਂ ਵਿੱਚ, ਪਿੰਡਾਂ ਸ਼ਹਿਰਾਂ ਦੇ ਵਿੱਚ ਜੇ ਕਿਤੇ ਇੱਕ ਅੱਧੀ ਮਾਈ ਬੀਬੀ ਕਿਸੇ ਇੱਕ ਮੱਤ ਵਾਲੇ ਪਾਸੇ ਗਈ ਹੋਵੇ ਨਾ, ਤਾਂ ਆਲੇ ਦੁਆਲੇ ਆਂਢੀਆਂ ਗੁਆਂਢੀਆਂ ਨੂੰ ਇਕੱਠਿਆਂ ਕਰਕੇ ਉੱਥੇ ਆਹ ਦੁੱਖ ਦੂਰ ਹੋ ਜਾਂਦਾ, ਉੱਥੇ ਆਹ ਹੋ ਜਾਂਦਾ, ਆਹ ਦੂਰ ਹੋ ਜਾਂਦਾ, ਫਲਾਣੇ ਦਾ ਰੋਗ ਦੂਰ ਹੋ ਗਿਆ, ਫਲਾਣੇ ਦੀ ਆਹ ਪੀੜਾ ਦੂਰ ਹੋ ਗਈ, ਉਹ 15-20 ਨੂੰ ਹੋਰ ਘੇਰ ਕੇ ਲੈ ਜਾਂਦੀ ਹੈ। ਇਹ ਵੇਖਣ ਵਿੱਚ ਆਉਂਦਾ। ਪਰ ਅਸੀਂ ਗੁਰੂ ਕੇ ਸਿੱਖ ਹਾਂ, ਅਸੀਂ ਕਿੰਨਿਆਂ ਕੁ ਨੂੰ ਪ੍ਰੇਰ ਕੇ ਸਤਿਗੁਰਾਂ ਦੇ ਘਰ ਲੈ ਕੇ ਆਉਂਦੇ ਹਾਂ। ਕਹਿੰਦੇ ਵੀ ਇਹ ਜ਼ਿੰਮੇਵਾਰੀ ਤਾਂ ਕਥਾਵਾਚਕਾਂ ਦੀ ਹੈ, ਇਹ ਜ਼ਿੰਮੇਵਾਰੀ ਤਾਂ ਰਾਗੀਆਂ ਢਾਡੀਆਂ ਦੀ, ਪ੍ਰਚਾਰਕਾਂ ਦੀ ਹੈ। ਨਹੀਂ, ਹਰ ਇੱਕ ਸਿੱਖ ਦੇ ਮੋਢੇ ਤੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਦੇ ਪ੍ਰਚਾਰ ਦਾ ਜੁੰਮਾ ਹੈ। ਇਹ ਜ਼ਿੰਮੇਵਾਰੀ ਤੋਂ ਕਿਸੇ ਨੂੰ ਭੱਜਣਾ ਨਹੀਂ ਚਾਹੀਦਾ। ਅਸੀਂ ਇਹ ਜ਼ਿੰਮੇਵਾਰੀ ਤੋਂ ਭੱਜਣ ਵਾਸਤੇ ਇਹਦਾ ਸਾਰਾ ਟੋਕਰਾ, ਸਾਰਾ ਭਾਰ ਇਹ ਫਲਾਣੀ ਸੰਸਥਾ ਦਾ ਕੰਮ ਹੈ, ਫਲਾਣੀ ਦਾ ਕੰਮ ਹੈ, ਉਹ ਕਰਨ ਉਹ ਕਰਨ। ਭਾਈ ਇਹ ਹਰ ਇੱਕ ਦਾ ਜੁੰਮਾ ਹੈ। ਜਿੱਥੇ ਆਪ ਅਸੀਂ ਚੱਲੇ ਹਾਂ ਉੱਥੇ ਨਾਲਦਿਆਂ ਨੂੰ ਵੀ ਪ੍ਰੇਰਨਾ। ਹਾਂ ਭਾਈ ਚਲੋ, ਤੇ ਨਾਲੇ ਅਸੀਂ ਜਿੱਥੇ ਪ੍ਰੇਰ ਕੇ ਲੈ ਕੇ ਆਉਣਾ ਉਹ ਸਭ ਤੋਂ ਵੱਡਾ ਘਰ ਹੈ। ਉਸ ਘਰ ਤੋਂ ਵੱਡਾ ਘਰ ਵੀ ਕੋਈ ਨਹੀਂ ਦੁਨੀਆ 'ਚ। ਗੁਰੂ ਨਾਨਕ ਸਾਹਿਬ ਦਾ ਘਰ ਸਭ ਤੋਂ ਵੱਡਾ ਘਰ ਹੈ। ਔਰ ਉੱਥੇ ਜੋ ਕਹਿ ਕੇ ਲਿਆਉਣਾ ਅਸੀਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ, ਉਹ ਇਤੀ ਹੈ, ਵਾਸਤਵਿਕ ਹੈ। ਬਾਹਰ ਕਿਤੇ ਪਖੰਡ ਵੀ ਵਿਕਦਾ ਹੋਵੇਗਾ, ਬਾਹਰ ਕਿਤੇ ਦੰਭ ਵੀ ਵਿਕਦਾ ਹੋਵੇਗਾ, ਤੇ ਉਸ ਦੰਭ ਨੂੰ ਵਿਖਾ ਕੇ, ਪਖੰਡ ਨੂੰ ਵਿਖਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ। ਪਰ ਗੁਰੂ ਨਾਨਕ ਦੇ ਘਰ ਵਿੱਚ ਸੱਤ ਵਰਤਦਾ ਹੈ। ਸੱਤ। ਇੱਥੇ ਉੱਤਮ ਸਖੀ ਮੱਧਮ ਸਖੀ ਨੂੰ ਪ੍ਰੇਰਦੀ ਹੈ, ਆਪਣੇ ਨਾਲ ਦੀ ਸਖੀ ਨੂੰ। ਜਾਂ ਏਦਾਂ ਕਹਿ ਲਈ, ਇੱਕ ਗੁਰਸਿੱਖ ਜੋ ਚੱਲ ਪਿਆ ਹੈ ਗੁਰੂ ਦੇ ਦੱਸੇ ਰਾਹ ਤੇ, ਉਹ ਨਾਲ ਦੂਜਿਆਂ ਨੂੰ ਪ੍ਰੇਰ ਕੇ ਟੋਰਨ ਵਾਸਤੇ ਪ੍ਰੇਰਿਤ ਕਰ ਰਿਹਾ ਹੈ। ਕੀ ਕਹਿੰਦਾ ਹੈ? ਸੁਣੀਏ, ਦੁਬਾਰਾ ਪੜੋ ਜੀ ਪੰਗਤੀ। ਗੁਣ ਗੋਪਾਲ ਪ੍ਰਭ ਕੇ ਨਿਤ ਗਾਹਾ। ਉਹ ਆਪ ਗਾਉਂਦਾ ਤੇ ਫਿਰ ਨਾਲ ਦੇ ਸਾਥੀਆਂ ਨੂੰ ਕਹਿੰਦਾ, ਭਰਾ ਜੀ, ਭੈਣ ਜੀ, ਉਸ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣ ਨਿਤ ਗਾਓ। ਨਿਤ ਪ੍ਰਭੂ ਦੇ ਗੁਣ ਗਾਓ, ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਓ। ਆਨੰਦ ਬਿਨੋਦ ਮੰਗਲ ਸੁਖ ਤਾਹਾ। ਜਿਸ ਦੇ ਗੁਣ ਗਾਇਆ ਤੁਹਾਨੂੰ ਵਿਨੋਦ ਆਨੰਦ ਦੀ ਪ੍ਰਾਪਤੀ ਹੋਵੇਗੀ, ਮੰਗਲ ਖੁਸ਼ੀਆਂ ਪ੍ਰਾਪਤ ਹੋਣਗੀਆਂ। ਕਿਉਂਕਿ ਵਾਹਿਗੁਰੂ ਪਰਮੇਸ਼ਰ ਦੇ ਜਿਸ ਗੁਣਾਂ ਨੂੰ ਤੁਸੀਂ ਗਾਇਨ ਕਰਨਾ, ਉੱਥੇ ਸਦਾ ਹੀ ਸੁਖ ਹਨ, ਉੱਥੇ ਸਦਾ ਹੀ ਸੁਖ ਹਨ। ਹਾਂਜੀ। ਚੱਲ ਸਖੀਏ ਪ੍ਰਭ ਰਾਵਣ ਜਾਹਾ। ਚੱਲ ਸਖੀਏ ਭੈਣੇ, ਚੱਲ ਚੱਲੀਏ। ਮੈਂ ਚੱਲੀਆਂ ਆਪਣੇ ਰੱਬ ਨੂੰ ਰਾਵਣ ਤੇ ਤੈਨੂੰ ਵੀ ਲੈ ਚੱਲਾਂ ਨਾਲ, ਤੂੰ ਵੀ ਰਾਵ। ਕਿਉਂਕਿ ਉਹ ਜਿੰਨਾ ਮੇਰਾ ਹੈ ਓਨਾ ਤੇਰਾ ਵੀ ਹੈ। ਉਹਦੇ ਜਿੰਨੇ ਉਪਕਾਰ ਮੇਰੇ ਤੇ ਹਨ ਉਹ ਤੇਰੇ ਤੇ ਵੀ ਹਨ। ਚੱਲ ਸਖੀਏ, ਐ ਸਖੀਏ, ਐ ਸਹੇਲੀਏ, ਚੱਲ ਆਪਣੇ ਪ੍ਰਭੂ ਨੂੰ ਰਾਵਣ ਚੱਲੀਏ, ਆਪਣੇ ਪ੍ਰਭੂ ਦੀ ਸੋਭਾ ਕਰਨ ਟੁਰੀਏ, ਆਪਣੇ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦਾ ਜਸ ਗਾਇਨ ਕਰਨ ਵਾਸਤੇ ਚੱਲੀਏ। ਹਾਂਜੀ। ਸਾਧ ਜਨਾ ਕੀ ਚਰਣੀ ਪਾਹਾ। ਚੱਲ ਆਪਣੇ ਆਪ ਨੂੰ ਸਾਧੂ ਮਹਾਪੁਰਸ਼ਾਂ ਦੇ ਚਰਨਾਂ ਦੀ ਸ਼ਰਨ ਚ ਪਾਈਏ। ਹੇ ਭਾਈ, ਹਰੀ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਪਿਆਰੇ ਸਾਧੂ ਹਨ, ਸਾਧਨਾ ਕਰਨ ਵਾਲੇ, ਉਹਨਾਂ ਸਾਧੂਆਂ ਦੇ ਚਰਨਾਂ ਦੀ ਸ਼ਰਨ ਵਿੱਚ ਆਪਣੇ ਆਪ ਨੂੰ ਪਾ। ਰਹਾਉ ਕਰ ਬੇਨਤੀ ਜਨ ਧੂਰ ਬਸ਼ਾਹ। ਬੇਨਤੀ ਕਰ, ਤੇ ਬੇਨਤੀ ਕਰਕੇ ਮਹਾਪੁਰਸ਼ਾਂ ਸਾਧੂਆਂ ਦੇ ਚਰਨਾਂ ਦੀ ਧੂੜੀ ਦੀ ਬਾਂਛਾ ਕਰ।
ਹਿਰਦੇ 'ਚ ਕਾਂਖਾ ਰੱਖ ਕਿ ਤੈਨੂੰ ਸਤਿਪੁਰਸ਼ਾਂ ਦੇ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਹੋਵੇ। ਨਾਮ ਜਪਣ ਵਾਲੇ ਗੁਰਮੁਖਾਂ ਦੇ ਚਰਨਾਂ ਦੀ ਧੂੜ ਮਿਲੇ, ਯਾਨੀ ਕਿ ਨਿਮਰਤਾ ਸਹਿਤ ਉਹਨਾਂ ਦੇ ਚਰਨਾਂ ਵਿੱਚ ਰਹਿ। ਜਨਮ ਜਨਮ ਕੇ ਕਿਲ ਵਿਖ ਲਾਹਾ, ਜਨਮ ਜਨਮ ਕੇ ਕਿਲ ਵਿਖ ਲਾਹਾ। ਤੇ ਫਿਰ ਜਨਮ ਜਨਮਾਂਤਰਾਂ ਦੇ ਜਿਹੜੇ ਕੀਤੇ ਹੋਏ ਕਿਲ ਵਿਖ ਨੇ, ਉਹ ਸਤਿਪੁਰਸ਼ਾਂ ਦੀ ਸੰਗਤ ਕਰਕੇ ਉਹਨੂੰ ਲਾਹਾਂ ਦਾ ਮਤਲਬ ਲਾਣਾ ਚਾਹੀਦਾ ਹੈ। ਲਾਓ, ਉਹਨੂੰ ਉਤਾਰੋ। ਉੱਤੇ ਹਾਹੇ ਦੇ ਬਿੰਦੀ ਲਾ ਦਿੱਤੀ, ਲਾਹਾਂ, ਇਹਨੂੰ ਲਾਹਣਾ, ਲਾਈਏ ਇਸ ਨੂੰ। ਜਿਹੜੇ ਜਨਮਾਂ ਜਨਮਾਂ ਦੇ ਕਿਲ ਵਿਖ ਸਾਨੂੰ ਚਿੰਬੜੇ ਹੋਏ ਨੇ, ਇਹ ਸਤਿਪੁਰਸ਼ਾਂ ਮਹਾਂਪੁਰਸ਼ਾਂ ਦੇ ਚਰਨਾਂ ਦੀ ਧੂੜੀ ਨੂੰ ਪ੍ਰਾਪਤ ਕਰਕੇ ਆਪਣੇ ਇਹਨਾਂ ਜਨਮਾਂ ਜਨਮਾਂ ਦੇ ਕਿਲ ਵਿਖਾਂ ਨੂੰ ਲਾਈਏ। ਮਨ ਤਨ ਪ੍ਰਾਣ ਜਿਉ ਅਰ ਪਾਹਾ, ਆਪਣਾ ਮਨ, ਆਪਣਾ ਤਨ, ਆਪਣੇ ਪ੍ਰਾਣ ਔਰ ਆਪਣਾ ਜੀੜਾ ਹਿਰਦਾ ਆਪਣੇ ਮਾਲਕ ਦੇ ਚਰਨਾਂ ਵਿੱਚ ਅਰਪ ਦਈਏ। ਅਰਪਾਹਾ ਦਾ ਮਤਲਬ ਅਰਪ ਦਿਓ। ਹਰ ਸਿਮਰ ਸਿਮਰ ਮਾਨ ਮੋਹ ਕਟਾਹਾ, ਹਰੀ ਨੂੰ ਸਿਮਰ ਸਿਮਰ, ਹਰ ਸਿਮਰ ਸਿਮਰ ਮਾਨ ਮੋਹ ਕਟਾਹਾ। ਕਹਿੰਦੇ ਹਰੀ ਨੂੰ ਸਿਮਰ ਸਿਮਰ ਕੇ ਆਪਣੇ ਹਿਰਦੇ ਦਾ ਮਾਣ ਤੇ ਆਪਣੇ ਹਿਰਦੇ ਦੀ ਮੋਹ ਦੀ ਬਿਰਤੀ ਨੂੰ ਕੱਟੀਏ। ਇਹਨੂੰ ਕਟਾਹਾਂ, ਇਹਨੂੰ ਕੱਟ। ਸਿਮਰ ਸਿਮਰ ਕੇ ਮਾਣ ਵੀ ਕੱਟ ਦੇ ਤੇ ਮੋਹ ਨੂੰ ਵੀ ਆਪਣੇ ਹਿਰਦੇ ਵਿੱਚੋਂ ਕੱਟ ਦੇ, ਦੂਰ ਕਰ ਦੇ। ਦੀਨ ਦਿਆਲ ਕਰੋ ਉਤਸ਼ਾਹ, ਦੀਨਾਂ ਤੇ ਦਇਆ ਕਰਨ ਵਾਲੇ ਦਿਆਲੂ ਪ੍ਰਭੂ ਨੂੰ ਮਿਲਣ ਦਾ ਉਤਸ਼ਾਹ ਕਰ। ਉਹ ਜੋ ਦੀਨਾਂ ਤੇ ਦਇਆ ਕਰਨ ਵਾਲਾ ਵਾਹਿਗੁਰੂ ਜੀ ਹੈ, ਪਰਮੇਸ਼ਰ ਹੈ, ਉਸ ਨੂੰ ਮਿਲਣ ਦਾ ਉਤਸ਼ਾਹ ਕਰ। ਚਾਰ ਰੱਖ ਆਪਣੇ ਹਿਰਦੇ 'ਚ ਕਿ ਮੈਂ ਆਪਣੇ ਮਾਲਕ ਦੇ ਦਰਸ਼ਨ ਕਰਨੇ ਹਨ। ਨਾਨਕ ਦਾਸ ਹਰ ਸ਼ਰਨ ਸਮਾਹਾ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਹੇ ਪ੍ਰਭੂ, ਜਿਹੜੇ ਤੇਰੇ ਦਾਸ ਹਨ ਉਹ ਹਰੀ ਦੀ ਸ਼ਰਨ ਨੂੰ ਪ੍ਰਵਾਨ ਕਰਕੇ ਹਰੀ ਦੀ ਸ਼ਰਨ 'ਚ ਸਮਾ ਜਾਂਦੇ ਹਨ। ਜਾਂ ਇਸ ਤਰ੍ਹਾਂ ਕਹਿ ਲਈਏ, ਮਹਾਰਾਜ ਮੈਂ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਸਮਾ ਗਿਆ ਹਾਂ, ਮੈਨੂੰ ਆਪਣੇ ਚਰਨਾਂ ਦੀ ਸ਼ਰਨ ਵਿੱਚ ਸਮਾਹੜਾ ਪ੍ਰਦਾਨ ਕਰੋ। ਗਰੀਬ ਨਵਾਜ ਪਾਤਸ਼ਾਹ ਤਰਸ ਕਰਨ। ਇਹ ਪਵਿੱਤਰ ਪਾਵਨ ਗੁਰਬਾਣੀ ਦੀ ਪਾਵਨ ਵਿਚਾਰ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਵੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।